ਇੱਕ ਰਾਤ ਉਹ ਗਿਆ ਸੀ ਜਿੱਥੇ ਬਾਤ ਰੋਕ ਕੇ, ਹੁਣ ਵੀ ਰੁਕੇ ਹੋਏ ਆ ਉੱਥੇ ਰਾਤ ਰੋਕ ਕੇ। ਅੱਜ ਦੀ ਕਹਾਣੀ ਇੱਕ ਐਸੀ ਕਹਾਣੀ ਹੈ ਜਿਹੜੀ ਪਿਆਰ ਵਿੱਚ ਤੁਹਾਡਾ ਵਿਸ਼ਵਾਸ ਹੋਰ ਵੀ ਪੱਕਾ ਕਰ ਦੇਵੇਗੀ। ਇਹ ਕਹਾਣੀ ਇੱਕ ਐਸੇ ਸ਼ਖਸ ਦੀ ਹੈ ਜੋ ਇੱਕ ਟਰੈਵਲ ਏਜੰਸੀ ਚਲਾਉਂਦਾ ਸੀ। ਮਤਲਬ ਉਹ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁਮਾਉਣ ਦਾ ਕੰਮ ਕਰਦਾ ਸੀ, ਜਿਸ ਵਜ੍ਹਾ ਕਰਕੇ ਉਹ ਖੁਦ ਵੀ ਕਾਫੀ ਘੁੰਮ ਫਿਰ ਲਿਆ ਸੀ। ਉਸ ਕੋਲ ਯਾਤਰੀਆਂ ਦਾ ਇੱਕ ਅਜਿਹਾ ਗਰੁੱਪ ਆਇਆ ਜਿਸ ਨੇ 4 ਧਾਮਾਂ ਦੀ ਯਾਤਰਾ ਕਰਨੀ ਸੀ। ਉਸਨੇ ਘਰ ਆ ਕੇ ਆਪਣੀ ਪਤਨੀ ਨੂੰ ਵੀ ਦੱਸਿਆ ਕਿ ਇਸ ਵਾਰ 4 ਧਾਮਾਂ ਦੀ ਯਾਤਰਾ ਵਾਸਤੇ ਗਰੁੱਪ ਆਇਆ ਹੈ, ਤੂੰ ਵੀ ਨਾਲ ਹੀ ਚੱਲ। ਇਸੇ ਬਹਾਨੇ ਅਸੀਂ ਇਕੱਠੇ ਦਰਸ਼ਨ ਵੀ ਕਰ ਲਵਾਂਗੇ ਤੇ ਪਰਮਾਤਮਾ ਦਾ ਆਸ਼ੀਰਵਾਦ ਵੀ ਸਾਨੂੰ ਇਕੱਠਿਆਂ ਨੂੰ ਮਿਲ ਜਾਵੇਗਾ। ਤੈਅ ਕੀਤੇ ਦਿਨ ਉਹ ਸ਼ਖਸ ਆਪਣੀ ਪਤਨੀ ਤੇ 30 ਸ਼ਰਧਾਲੂਆਂ ਦੇ ਨਾਲ 4 ਧਾਮਾਂ ਦੀ ਯਾਤਰਾ ਲਈ ਨਿਕਲ ਗਿਆ। ਜਦੋਂ ਉਹ 4 ਧਾਮਾਂ ਵਿੱਚੋਂ ਇੱਕ ਧਾਮ ਦੇ ਦਰਸ਼ਨ ਕਰਨ ਲਈ ਪਹੁੰਚੇ ਤਾਂ ਉੱਥੇ ਬੱਦਲ ਫਟ ਜਾਣ ਦੇ ਕਾਰਨ ਭਿਆਨਕ ਹੜ੍ਹ ਆ ਗਏ। ਚਾਰੇ ਪਾਸੇ ਹਾਹਾਕਾਰ ਮਚ ਗਈ। ਕਈਆਂ ਦਾ ਬਹੁਤ ਕੁਝ ਉਜੜ ਗਿਆ। ਬਹੁਤ ਸਾਰੇ ਲੋਕ ਆਪਣਿਆਂ ਤੋਂ ਵਿਛੜ ਗਏ। ਪਾਣੀ ਦਾ ਲੈਵਲ ਵੱਧਦਾ ਹੀ ਜਾ ਰਿਹਾ ਸੀ ਤੇ ਇਮਾਰਤਾਂ ਢਹਿ ਢੇਰੀ ਹੋ ਰਹੀਆਂ ਸੀ। ਉਸ ਹਾਦਸੇ ਵਿੱਚ ਉਸ ਸ਼ਖਸ ਨੇ ਆਪਣੀ ਪਤਨੀ ਨੂੰ ਵੀ ਗਵਾ ਲਿਆ। ਜਦੋਂ ਅਜਿਹਾ ਹੋਇਆ ਤਾਂ ਉਹ ਉਸ ਨੂੰ ਲੱਭਣ ਲੱਗ ਪਿਆ। ਆਸੇ-ਪਾਸੇ ਹੋ ਰਹੀ ਤਬਾਹੀ ਨਾਲ ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਬਸ ਉਹ ਪਾਗਲਾਂ ਵਾਂਗ ਆਪਣੀ ਹਮਸਫ਼ਰ ਨੂੰ ਲੱਭ ਰਿਹਾ ਸੀ। ਸਰਕਾਰਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਸੀ। ਇੱਥੋਂ ਤੱਕ ਕਿ ਅਲੱਗ-ਅਲੱਗ ਸੰਸਥਾਵਾਂ ਦੀਆਂ ਟੀਮਾਂ ਵੀ ਆਪੋ ਆਪਣੇ ਕੰਮਾਂ ਵਿੱਚ ਲੱਗ ਗਈਆਂ। ਪਰ ਇਹ ਬੰਦਾ ਆਪਣੇ ਹੀ ਲੈਵਲ 'ਤੇ ਕੰਮ ਕਰ ਰਿਹਾ ਸੀ। ਲੋਕਾਂ ਕੋਲ ਜਾ ਕੇ ਆਪਣੀ ਪਤਨੀ ਦੀ ਫੋਟੋ ਦਿਖਾ ਕੇ ਉਸ ਬਾਰੇ ਪੁੱਛ ਪੜਤਾਲ ਕਰ ਰਿਹਾ ਸੀ ਕਿ ਸ਼ਾਇਦ ਕੋਈ ਦੱਸ ਦੇਵੇ ਕਿ ਉਸਨੇ ਉਸਦੀ ਪਤਨੀ ਨੂੰ ਕਿਤੇ ਦੇਖਿਆ ਹੈ। ਪਰ ਜਿੰਨੇ ਵੀ ਲੋਕ ਟੱਕਰੇ ਉਹ ਬਸ ਨਾਂਹ ਵਿੱਚ ਸਿਰ ਹਿਲਾ ਰਹੇ ਸੀ। ਉਧਰ ਬਾਕੀ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਸੀ ਤੇ ਇੱਧਰ ਉਸਨੇ ਆਪਣੀ ਪਤਨੀ ਦੀ ਭਾਲ ਜਾਰੀ ਰੱਖੀ ਹੋਈ ਸੀ। ਘਰ ਤੋਂ ਰਿਸ਼ਤੇਦਾਰਾਂ ਦੇ ਵੀ ਵਾਰ-ਵਾਰ ਫੋਨ ਆ ਰਹੇ ਸੀ ਕਿ ਹੁਣ ਕੋਈ ਫਾਇਦਾ ਨਹੀਂ ਹੈ, ਤੂੰ ਵਾਪਸ ਆ ਜਾ, ਤੇਰੀ ਪਤਨੀ ਇਸ ਦੁਨੀਆ ਤੇ ਨਹੀਂ ਰਹੀ। ਇਸ ਗੱਲ ਤੇ ਜਿੰਨੀ ਜਲਦੀ ਵਿਸ਼ਵਾਸ ਕਰ ਲਵੇਂਗਾ ਤੇਰੇ ਲਈ ਓਨਾ ਹੀ ਵਧੀਆ ਹੈ। ਪਰ ਉਹ ਸ਼ਖਸ ਕਿਸੇ ਦੀ ਵੀ ਗੱਲ ਮੰਨਣ ਦੇ ਹਾਲਾਤ ਵਿੱਚ ਨਹੀਂ ਸੀ। ਕੁਝ ਰਿਸ਼ਤੇਦਾਰਾਂ ਨੇ ਤਾਂ ਇਹ ਵੀ ਆਖ ਦਿੱਤਾ ਕਿ ਵਿਛੋੜੇ ਨੇ ਇਸ ਨੂੰ ਝੱਲਾ ਕਰ ਦਿੱਤਾ ਹੈ। ਇਹ ਮਾਨਸਿਕ ਰੋਗੀ ਹੋ ਗਿਆ ਲੱਗਦਾ ਹੈ। ਜਿਵੇਂ ਕਿਵੇਂ ਬਸ ਦਿਨ ਬੀਤ ਰਹੇ ਸੀ ਪਰ ਉਸ ਦੀ ਭਾਲ ਜਾਰੀ ਸੀ। ਉਸ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਬਚਿਆ ਸੀ। ਇਸ ਲਈ ਜੋ ਵੀ ਜਾਇਦਾਦ ਉਸ ਦੇ ਕੋਲ ਸੀ ਸਾਰੀ ਵੇਚ ਦਿੱਤੀ ਤੇ ਕਿਸੇ ਰਿਸ਼ਤੇਦਾਰ ਨੂੰ ਬੱਚਿਆਂ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਦੇ ਦਿੱਤੀ ਤੇ ਖੁਦ ਆਪਣੀ ਪਤਨੀ ਨੂੰ ਪਹਾੜਾਂ ਵਿੱਚ ਲੱਭਦਾ ਰਿਹਾ। ਨਿੱਕੇ-ਨਿੱਕੇ ਪਿੰਡਾਂ ਵਿੱਚ ਜਾ ਕੇ ਵੀ ਆਪਣੀ ਪਤਨੀ ਦੀ ਫੋਟੋ ਦਿਖਾਈ, ਪਰ ਜਵਾਬ ਹਮੇਸ਼ਾ ਇੱਕੋ ਹੀ ਮਿਲ ਰਿਹਾ ਸੀ ਕਿ ਨਹੀਂ। ਉੱਥੇ ਹਾਲਾਤ ਹੌਲੀ-ਹੌਲੀ ਪਹਿਲਾਂ ਵਰਗੇ ਹੋ ਰਹੇ ਸੀ ਪਰ ਉਸ ਦੀ ਦੁਨੀਆ ਤਾਂ ਉਸੇ ਤਰ੍ਹਾਂ ਉਜੜੀ ਹੋਈ ਦਿਖਾਈ ਦੇ ਰਹੀ ਸੀ। ਫਿਰ ਇੱਕ ਹੋਰ ਘਟਨਾ ਹੋਈ। ਉੱਥੋਂ ਦੀ ਸਰਕਾਰ ਨੇ ਮ੍ਰਿਤਕਾਂ ਦੀ ਇੱਕ ਲਿਸਟ ਕੱਢੀ ਤੇ ਉਸ ਲਿਸਟ ਵਿੱਚ ਉਸ ਸ਼ਖਸ ਦੀ ਪਤਨੀ ਦਾ ਨਾਮ ਵੀ ਸੀ। ਪਰ ਉਹ ਸ਼ਖਸ ਹਜੇ ਵੀ ਮੰਨਣ ਲਈ ਤਿਆਰ ਨਹੀਂ ਸੀ। ਉਹ ਬੜੇ ਵਿਸ਼ਵਾਸ ਨਾਲ ਕਹਿ ਰਿਹਾ ਸੀ ਕਿ ਮੇਰੀ ਪਤਨੀ ਬਿਲਕੁਲ ਠੀਕ-ਠਾਕ ਹੈ। ਸਰਕਾਰ ਨੇ ਰਾਹਤ ਫੰਡ ਵੀ ਜਾਰੀ ਕਰ ਦਿੱਤਾ ਤੇ ਕਿਹਾ ਕਿ ਇਸ ਪੈਸੇ ਨਾਲ ਆਪਣੇ ਬੱਚਿਆਂ ਦਾ ਖਿਆਲ ਰੱਖੋ। ਪਰ ਉਸਨੇ ਉਹ ਪੈਸੇ ਲੈਣ ਤੋਂ ਵੀ ਮਨਾ ਕਰ ਦਿੱਤਾ ਤੇ ਕਿਹਾ ਕਿ ਜਦੋਂ ਮੇਰੀ ਪਤਨੀ ਮਰੀ ਹੀ ਨਹੀਂ ਫਿਰ ਮੈਂ ਇਹ ਪੈਸੇ ਲੈਣ ਦਾ ਹੱਕਦਾਰ ਕਿਵੇਂ ਹੋਇਆ। ਇਸ ਗੱਲ ਨੂੰ 2 ਸਾਲ ਬੀਤ ਗਏ ਪਰ ਉਸ ਦੀ ਤਲਾਸ਼ ਹਜੇ ਵੀ ਮੁੱਕੀ ਨਹੀਂ ਸੀ। ਫਿਰ ਇੱਕ ਦਿਨ ਕਿਸੇ ਪਿੰਡ ਵਿੱਚੋਂ ਉਸ ਕੋਲ ਖਬਰ ਪਹੁੰਚੀ ਕਿ ਇੱਥੇ ਇੱਕ ਔਰਤ ਹੈ ਜੋ ਤੁਹਾਡੀ ਪਤਨੀ ਵਰਗੀ ਲੱਗ ਰਹੀ ਹੈ ਪਰ ਉਸ ਦਾ ਮਾਨਸਿਕ ਸੰਤੁਲਨ ਕੁਝ ਠੀਕ ਨਹੀਂ ਹੈ। ਉਹ ਬਿਨਾਂ ਕੋਈ ਦੇਰ ਕੀਤੇ ਉੱਥੇ ਪਹੁੰਚ ਗਿਆ। ਦੋਸਤੋ, ਉਹ ਔਰਤ ਵਾਕਈ ਉਸ ਦੀ ਪਤਨੀ ਸੀ। ਸਾਰੇ ਲੋਕ ਇਸ ਨੂੰ ਪਰਮਾਤਮਾ ਦਾ ਚਮਤਕਾਰ ਹੀ ਦੱਸ ਰਹੇ ਸੀ। ਬੇਸ਼ੱਕ ਇਸ ਘਟਨਾ ਨੇ ਉਸ ਦੀ ਪਤਨੀ ਦਾ ਮਾਨਸਿਕ ਸੰਤੁਲਨ ਖਰਾਬ ਕਰ ਦਿੱਤਾ ਸੀ ਪਰ ਉਸ ਨੂੰ ਜਿਉਂਦੀ ਜਾਗਦੀ ਦੇਖ ਕੇ ਉਸ ਸ਼ਖਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਕਹਾਣੀ ਰਾਜਸਥਾਨ ਦੇ ਸ਼ਹਿਰ ਅਜਮੇਰ ਵਿੱਚ ਰਹਿਣ ਵਾਲੇ ਵਜਿੰਦਰ ਦੀ ਇੱਕ ਸੱਚੀ ਕਹਾਣੀ ਹੈ ਜੋ ਕੇਦਾਰਨਾਥ ਵਿੱਚ 2013 ਵਿੱਚ ਹੋਏ ਹਾਦਸੇ ਦੀ ਗਵਾਹੀ ਭਰਦੀ ਹੈ।
ਅੱਜ-ਕੱਲ੍ਹ ਬੜਾ ਸੌਖਾ ਹੋ ਗਿਆ ਹੈ ਇੱਕ ਰਿਸ਼ਤਾ ਤੋੜ ਕੇ ਦੂਸਰਾ ਬਣਾ ਲੈਣਾ। ਕਹਿੰਦੇ ਨੇ ਅੱਜ-ਕੱਲ੍ਹ ਦਾ ਪਿਆਰ ਬੜਾ ਕਮਜ਼ੋਰ ਤੇ ਡਰਪੋਕ ਜਿਹਾ ਹੋ ਗਿਆ ਹੈ। ਪਰ ਅੱਜ ਦੇ ਇਸ ਦੌਰ ਵਿੱਚ ਵੀ ਜਦੋਂ ਐਸੀ ਕਹਾਣੀ ਦੇਖਣ ਜਾਂ ਸੁਣਨ ਨੂੰ ਮਿਲਦੀ ਹੈ ਤਾਂ ਪਿਆਰ ਵਿੱਚ ਵਿਸ਼ਵਾਸ ਦਾ ਹੋਰ ਗਹਿਰਾ ਹੋਣਾ ਤੈਅ ਹੋ ਜਾਂਦਾ ਹੈ। 19 ਮਹੀਨੇ ਤੱਕ ਵਿਜੇਂਦਰ ਆਪਣੀ ਪਤਨੀ ਨੂੰ ਲੱਭਦਾ ਰਿਹਾ ਤੇ ਆਖਰਕਾਰ ਉਹ ਆਪਣੇ ਵਿਸ਼ਵਾਸ ਤੇ ਲਗਨ ਦੇ ਸਦਕਾ ਸਫਲ ਵੀ ਰਿਹਾ। ਇਸ ਲਈ ਜੇਕਰ ਤੁਹਾਨੂੰ ਕਿਸੇ ਗੱਲ ਤੇ ਭਰੋਸਾ ਹੈ ਤਾਂ ਕਦੇ ਵੀ ਕਿਸੇ ਦੀ ਨਾ ਸੁਣਿਓ, ਹਾਲਾਤ ਭਾਵੇਂ ਕਿਵੇਂ ਦੇ ਵੀ ਹੋਣ। ਸੋ ਹਮੇਸ਼ਾ ਯਾਦ ਰੱਖੋ, ਜੇਕਰ ਤੁਸੀਂ ਕੋਈ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਪੰਜਾਬੀ ਅਲਫਾਜ਼ ਸੁਣ ਰਹੇ ਹੋ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ।